ਤੇ ਬਜ਼ੁਰਗ ਆਖਣ ਲੱਗਾ ਮੈਂ ਤੈਨੂੰ ਪਹਿਲਾਂ ਦੱਸਿਆ ਸੀ ਕਿ 2 ਸਵਾਲਾਂ ਦੇ ਜਵਾਬ ਮੈਂ ਤੈਨੂੰ ਫ੍ਰੀ ਦਿਆਂਗਾ ਤੇ ਇੱਕ ਸਵਾਲ ਦਾ ਜਵਾਬ ਜਿਹੜਾ ਨਾ ਤੈਨੂੰ ਤਾਂ ਦਿਆਂਗਾ ਜੇ ਤੂੰ ਉਹਦੀ ਕੀਮਤ ਅਦਾ ਕਰੇਗਾ। ਉਹਨੇ ਆਖਿਆ ਠੀਕ ਹੈ ਬਈ, ਤੁਸੀਂ ਦੱਸੋ ਕੀ ਕੀਮਤ ਹੈ ਤੇ ਮੈਂ ਕੀਮਤ ਅਦਾ ਕਰਨਾ ਤੇ ਤੁਸੀਂ ਇਹਦਾ ਜਵਾਬ ਦੇ ਦਿਓ। ਬਜ਼ੁਰਗ ਆਖਣ ਲੱਗਾ ਕਿ ਇਹ ਮੇਰਾ ਕੁੱਤਾ ਜਿਹੜਾ ਦੁੱਧ ਪੀਣ ਡਿਆ ਨਾ, ਇਹ ਬਚਿਆ ਦੁੱਧ ਤੂੰ ਪੀ ਛੱਡ ਤੇ ਮੈਂ ਤੈਨੂੰ ਤੇਰੇ ਸਵਾਲ ਦਾ ਜਵਾਬ ਦੇ ਦੇਣਾ। ਦੱਸਦੇ ਨੇ ਕਿ ਕੋਈ ਸਲਤਨਤ ਦਾ ਬਾਦਸ਼ਾਹ ਸੀ ਤੇ ਇੱਕ ਦਿਨ ਆਪਣੀ ਮੌਜ ਚ ਆ ਗਿਆ ਤੇ ਆਪਣੇ ਵਜ਼ੀਰ ਨੂੰ ਆਖਣ ਲੱਗਾ ਖੁਸ਼ ਹੋ ਕੇ ਕਿ ਮੇਰੇ ਕੋਲੋਂ ਮੰਗ ਲੈ ਜੋ ਕੁਛ ਮੰਗਣਾ ਹੀ, ਜੋ ਮੰਗੇਗਾ ਮੈਂ ਤੈਨੂੰ ਦੇ ਛੜਾਂਗਾ, ਅਤਾ ਕਰ ਛੜਾਂਗਾ। ਮਤਲਬ ਜੋ ਵੀ ਤੇਰੇ ਦਿਲ ਦੀ ਖਾਹਿਸ਼ ਹੈ ਵੀ ਮੈਨੂੰ ਦੱਸ, ਮੈਂ ਤੈਨੂੰ ਦੇ ਦਿਆਂਗਾ, ਅਤਾ ਕਰ ਦਿਆਂਗਾ। ਤੇ ਵਜ਼ੀਰ ਬੜਾ ਹੈਰਾਨ ਹੋਇਆ ਤੇ ਝਕਦਾ ਬੋਲਿਆ ਬਾਦਸ਼ਾਹ ਸਲਾਮਤ, ਮੇਰੀ ਬੰਦਾ ਇਹਨਾਂ ਚੀਜ਼ ਦੀ ਖਾਹਿਸ਼ ਇਹ ਵੇ ਕਿ ਜਿਵੇਂ ਤੁਸੀਂ ਸਲਤਨਤ ਦੇ ਬਾਦਸ਼ਾਹ ਹੋ ਨਾ, ਮੈਂ ਵੀ ਜੀ ਸਲਤਨਤ ਦਾ ਬਾਦਸ਼ਾਹ ਹਾਂ। ਤੇ ਮਤਲਬ ਕਿ ਸਾਰੀ ਬਾਦਸ਼ਾਹੀ ਤੁਹਾਡੇ ਕੋਲ ਇੰਨਾ ਰਕਬਾ, ਇੰਨਾ ਮਾਲੂਮ ਮਤਾ ਹੈ, ਮੇਰੇ ਕੋਲ ਸਾਰਾ ਕੁਝ ਨਾਮ ਹੀ ਹੋਵੇ ਤੇ ਜਿੰਨਾ ਤੁਹਾਡੇ ਕੋਲ ਮਾਲ ਲਿਖੀ ਜਿਹਨਾਂ ਨੂੰ ਬਿਲਕੁਲ ਕੋਈ ਚੌਥਾ ਹਿੱਸਾ ਵੀ ਹੋਵੇ ਨਾ, ਤੇ ਮੈਂ ਸਿਰਫ ਉਸ ਦਾ ਮੁਕੰਮਲ ਤੌਰ ਤੇ ਬਾਦਸ਼ਾਹ ਮੈਂ ਹਾਂ। ਮਤਲਬ ਉਹ ਚੌਥਾ ਹਿੱਸਾ ਵੀ ਅਗਰ ਹੋਵੇ ਤੇ ਉਹਦਾ ਬਾਦਸ਼ਾਹ ਮੈਂ ਹਾਂ। ਖੈਰ ਬਾਦਸ਼ਾਹ ਨੇ ਗੱਲ ਸੁਣੀ, ਲਿਖਣ ਵਾਲਾ ਆ ਗਿਆ ਤੇ ਬਾਦਸ਼ਾਹ ਨੇ ਆਖਿਆ ਲਿਖਣ ਵਾਲੇ ਨੂੰ, ਲਿਖ ਬਈ ਮੈਂ ਅੱਧੀ ਬਾਦਸ਼ਾਹੀ ਇਹਨੂੰ ਦਿੱਤੀ, ਅੱਧੀ ਬਾਦਸ਼ਾਹੀ ਮੈਂ ਵਜ਼ੀਰ ਨੂੰ ਦਿੱਤੀ, ਲਿਖ ਦੇ। ਉਹਨੇ ਲਿਖ ਦਿੱਤਾ। ਬਾਦਸ਼ਾਹ ਨੇ ਗੁੱਡੇ ਲਾ ਕੇ ਸਾਈਨ ਕਰ ਦਿੱਤੇ, ਤਸਦੀਕ ਕਰ ਦਿੱਤੀ ਕਿ ਮੈਂ ਬਾਕੀ ਦੇ ਦਿੱਤੀ। ਤੇ ਵਜ਼ੀਰ ਬੜਾ ਹੈਰਾਨ ਹੋਇਆ ਤੇ ਬਾਦਸ਼ਾਹ ਨੂੰ ਆਖਣ ਲੱਗਾ ਬਾਦਸ਼ਾਹ ਸਲਾਮਤ, ਅੱਧੀ ਬਾਦਸ਼ਾਹੀ? ਤੇ ਆਖਣ ਲੱਗਾ ਮੈਂ ਦੇ ਦਿੱਤੀ ਹੈ ਨਾ। ਤੇ ਦੂਸਰੇ ਵਰਗੇ ਤੇ ਉਹਨੇ 3 ਸਵਾਲ ਲਿਖਾਤੇ। ਬਾਦਸ਼ਾਹ ਨੇ ਨਾ 3 ਸਵਾਲ ਲਿਖਣ ਵਾਲੇ ਨੂੰ ਆਖਿਆ ਕਿ ਲਿਖ, ਉਹਨੂੰ ਦੱਸਿਓ। ਉਹਨੇ ਲਿਖ ਦਿੱਤੇ ਤੇ ਬਾਦਸ਼ਾਹ ਨੂੰ ਆਖਣ ਲੱਗਾ ਵਜ਼ੀਰ ਨੂੰ ਕਿ ਇਹ 3 ਸਵਾਲਾਂ ਦੇ ਜਵਾਬ ਮੈਨੂੰ 30 ਦਿਨਾਂ ਦੇ ਵਿੱਚ ਚਾਹੀਦੇ ਨੇ, ਯਾਨੀ ਕਿ 1 ਮਹੀਨੇ ਦਾ ਤੇਰੇ ਕੋਲ ਟਾਈਮ ਹੈ। 1 ਮਹੀਨੇ ਦੇ ਵਿੱਚ ਤੂੰ ਇਹਨਾਂ 3 ਸਵਾਲਾਂ ਦੇ ਜਵਾਬ ਦੇਣੇ ਨੇ ਤੇ ਫਿਰ ਤੈਨੂੰ ਅੱਧੀ ਬਾਦਸ਼ਾਹੀ ਮਿਲ ਜਾਏਗੀ, ਅੱਧੀ ਸਲਤਨਤ ਦਾ ਤੈਨੂੰ ਮੈਂ ਬਾਦਸ਼ਾਹ ਬਣਾ ਦਿਆਂਗਾ। ਜੇ ਤੈਨੂੰ ਇਹਨਾਂ ਦੇ ਸਵਾਲ ਨਾ ਲੱਭ ਸਕੇ ਜਾਂ ਤੂੰ ਮੈਨੂੰ ਉਹਨਾਂ ਦੇ ਸਵਾਲਾਂ ਦੇ ਸਹੀ ਜਵਾਬ ਨਾ ਦਿੱਤੇ ਤੇ ਤੇਰਾ ਸਿਰ ਲਾ ਦਿਆਂਗਾ, ਤੇਰਾ ਸਿਰ ਕਲਮ ਕਰ ਦਿਆਂਗਾ। ਤੇ ਵਜ਼ੀਰ ਦੇ ਨਾ ਜਿਵੇਂ ਇੱਕ ਪਹਿਲਾਂ ਖੁਸ਼ੀ ਹੋਈ ਸੀ ਇੰਨੀ ਕਿ ਅੱਧੀ ਬਾਦਸ਼ਾਹੀ ਮਿਲ ਗਈ, ਅੱਧੀ ਸਲਤਨਤ ਦਾ ਬਾਦਸ਼ਾਹ ਬਣ ਗਿਆ ਵਾ, ਸੇਮ ਉਸੇ ਤਰ੍ਹਾਂ ਹੀ ਨਾ ਉਹਦੇ ਨਾ ਟੈਨਸ਼ਨ ਦੇ ਨਾਲ ਜਿਸਮ 'ਚ ਕਪਕਪਾਹਟ ਸ਼ੁਰੂ ਹੋ ਗਈ, ਉਹਦੇ ਲੂੰ ਕੰਡੇ ਖੜੇ ਹੋ ਗਏ। ਤੇ ਖੈਰ ਪਰੇਸ਼ਾਨੀ ਦੇ ਆਲਮ ਦੇ ਵਿੱਚ ਉਹਨੇ ਦੋਵੇਂ ਪੇਪਰ ਫੜੇ ਤੇ ਨਿਕਲ ਗਿਆ ਇਲਾਕੇ ਦੇ ਵਿੱਚ, ਸਲਤਨਤ ਦੇ ਵਿੱਚ ਮੁਖਤਲਿਫ ਜਗ੍ਹਾ ਤੇ ਜਿੱਥੇ ਵੀ ਉਹਨੂੰ ਕੋਈ ਸੁਣਨ ਚ ਆਇਆ ਕਿ ਸਿਆਣਾ ਕੋਈ ਮਿਲਦਾ ਹੈ, ਕੋਈ ਦਾਨਸ਼ਵਰ, ਸਾਰਿਆਂ ਕੋਲ ਜਿੱਥੇ ਵੀ ਉਹਨੇ ਬਿਹਤਰ ਸਮਝਿਆ ਨਾ ਹੋ ਗਿਆ ਆਪਣੇ ਸਵਾਲਾਂ ਦੇ ਜਵਾਬ ਲੱਭਣ ਵਾਸਤੇ। ਹਰ ਕਿਸੇ ਨੇ ਆਪਣੀ ਸਮਝ ਦੇ ਮੁਤਾਬਕ ਜਵਾਬ ਦਿੱਤੇ, ਲੇਕਿਨ ਨਾ ਉਹਦੇ ਦਿਲ ਨੂੰ ਐਸਾ ਜਵਾਬ ਨਾ ਲੱਗਾ ਕਿ ਜਿਹੜਾ ਉਹ ਸਮਝੇ ਕਿ ਅਥੈਂਟਿਕ ਜਵਾਬ ਹੈ, ਮੈਂ ਦਿਆਂਗਾ ਤੇ ਮੈਂ ਬਚ ਜਾਵਾਂਗਾ। ਉਹਨੂੰ ਨਾ ਕੋਈ ਦਿਲ ਨੂੰ ਜਵਾਬ ਨਹੀਂ ਸੀ ਲੱਗ ਰਿਹਾ ਕਿ ਜਵਾਬ ਉਹਦੀ ਨਜ਼ਰ ਚੋਂ ਠੀਕ ਨਹੀਂ ਸਨ 100%। ਖੈਰ ਉਹ ਫਿਰਦਾ ਰਿਹਾ 29 ਦਿਨ ਗੁਜ਼ਰ ਗਏ ਤੇ ਆਖਰੀ ਦਿਨ ਸੀ 30 ਦਿਨ, ਫਿਰ ਵੀ ਉਹ ਨਿਕਲ ਗਿਆ ਅੱਲਾ ਦੀ ਆਸ ਤੇ ਕਿ ਹੋ ਸਕਦਾ ਹੈ ਅੱਲਾ ਜਾਨ ਬਚਾ ਦੇ ਤੇ ਕਿਤੋਂ ਸਵਾਲਾਂ ਦੇ ਜਵਾਬ ਲੱਭ ਜਾਣ ਤੇ ਜਾਨ ਬਚ ਜਾਏ। ਖੈਰ ਉਹਨੇ ਉਦੋਂ ਵੀ ਸਾਰੀ ਦਿਹਾੜੀ ਗੁਜ਼ਾਰ ਛੱਡੀ ਤੇ ਉਹਨੂੰ ਕੋਈ ਵੀ ਨਾ ਜਵਾਬ ਨਾ ਮਿਲਿਆ ਅਥੈਂਟਿਕ। ਖੈਰ ਵਾਪਸੀ ਰਵਾਨਾ ਹੋ ਗਿਆ ਦਰਬਾਰ ਨੂੰ, ਆਪਣੇ ਵਕਤ ਦੇ ਮੁਤਾਬਕ, ਆਪਣੇ ਵਾਅਦੇ ਦੇ ਮੁਤਾਬਕ 30 ਦਿਨ ਪੂਰੇ ਹੋ ਗਏ ਸਨ, ਵਾਪਸ ਰਵਾਨਾ ਹੋ ਗਿਆ। ਰਸਤੇ ਦੇ ਵਿੱਚ ਉਹਨੂੰ ਇੱਕ ਫਕੀਰ ਮਿਲਿਆ ਜਿਹੜਾ ਨਾ ਆਪ ਪਾਣੀ 'ਚ ਡਬੋ ਕੇ ਨਾ ਰੋਟੀ ਦੇ ਟੁਕੜੇ ਤੇ ਖਾਣ ਡਿਆ ਹੋਵੇ ਤੇ ਨਾਲ ਉਹਦੇ ਕੁੱਤਾ ਬੈਠਾ ਪਿਆਲੇ 'ਚ ਦੁੱਧ ਪਿਆ ਪੀ। ਬੜਾ ਹੈਰਾਨ ਹੋਇਆ ਤੇ ਉਹਨੇ ਬਾਬੇ ਨੇ ਨਾ, ਬਜ਼ੁਰਗ ਨੇ, ਫਕੀਰ ਨੇ ਉਹਨੂੰ ਵਜ਼ੀਰ ਨੂੰ ਸੱਦ ਲਿਆ ਤੇ ਆਖਣ ਲੱਗਾ ਇੱਧਰ ਆ ਜਾ, ਤੈਨੂੰ ਤੇਰੇ ਸਵਾਲਾਂ ਦੇ ਜਵਾਬ ਲੱਭ ਜਾਣਗੇ, ਤੂੰ ਠੀਕ ਜਗ੍ਹਾ ਤੇ ਆ ਗਿਆ। ਵਜ਼ੀਰ ਬੜਾ ਹੈਰਾਨ ਹੋਇਆ ਕਿ ਇਹਨੂੰ ਕਿਵੇਂ ਪਤਾ ਹੈ ਕਿ ਮੈਂ ਸਵਾਲਾਂ ਦੇ ਜਵਾਬ ਲੱਭਣ ਲਈ ਟੁਰਿਆ। ਖੈਰ ਚਲਾ ਗਿਆ, ਉਹਨੇ ਬਾਬੇ ਨੇ ਬੁਲਾਇਆ ਤੇ ਵਜ਼ੀਰ ਉਹਦੇ ਕੋਲ ਚਲਾ ਗਿਆ ਤੇ ਉਹਨੂੰ ਪੁੱਛਿਓ ਸੋ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਸਵਾਲਾਂ ਦੇ ਜਵਾਬ ਲੱਭਣ ਲਈ ਟੁਰਿਆ। ਤੇ ਉਹਨੇ ਨਾ ਚਟਾਈ ਦਾ ਪੱਲਾ ਚੁੱਕਿਆ ਤੇ ਥੱਲੇ ਵਿਖਾਇਆ। ਉਹਨੇ ਆਖਿਆ ਵੇਖ ਮੇਰੇ ਕੋਲ ਵੀ ਸ਼ਾਹੀ ਸੂਟ ਪਿਆ, ਸ਼ਾਹੀ ਲਿਬਾਸ ਪਿਆ ਮੇਰੇ ਕੋਲ ਵੀ। ਤੇ ਉਹ ਵੀ ਆਖਣ ਲੱਗਾ ਵੇਖ ਕੇ ਕਿ ਤੁਸੀਂ ਵੀ ਫਿਰ ਸਵਾਲਾਂ ਦੇ ਜਵਾਬ ਲੱਭਣ ਲਈ ਨਿਕਲੇ ਸੋ ਤੇ ਐਸਾ ਹਾਲ ਤੇ ਪਹੁੰਚੇ ਹੋ। ਖੈਰ ਆਂਦਾ ਬਿਲਕੁਲ ਠੀਕ ਗੱਲ ਹੈ, ਮੈਂ ਵੀ ਸਵਾਲਾਂ ਦੇ ਜਵਾਬ ਲੈਣ ਲਈ ਨਿਕਲਿਆ ਸਾਂ।
ਖੈਰ ਮੈਨੂੰ ਜਵਾਬ ਲੱਭ ਗਏ ਸਨ ਤੇ ਵਜ਼ੀਰ ਨੇ ਉਹਦੇ ਨਾਲ ਬਹੁਤਾ ਪੈਸਾ ਵਾਸਾ ਨਾ ਕੀਤਾ, ਬਹੁਤੀ ਗੱਲ ਲਗਾ ਨਾ ਢੋਲੀ ਕਿ ਤੁਸੀਂ ਫਿਰ ਉਹ ਵੱਡੀ ਸਲਤਨਤ ਦੀਆਂ ਜੋ ਵੀ ਤੁਹਾਡਾ ਐਗਰੀਮੈਂਟ ਹੋਇਆ ਸੀ ਬਾਦਸ਼ਾਹ ਨਾਲ, ਤੁਸੀਂ ਫਿਰ ਕਿਉਂ ਨਾ ਲਈ। ਪਰ ਉਹਨੇ ਗੱਲ ਨਾ ਕੀਤੀ, ਉਹਨੇ ਆਪਣੇ ਮਤਲਬ ਦੀ ਗੱਲ ਕੀਤੀ ਕਿ ਮੈਂ ਜਿਹੜੇ ਸਵਾਲ ਲੈ ਕੇ ਆਇਆ, ਜੇਕਰ ਤੁਸੀਂ ਇਹਨਾਂ ਦੇ ਜਵਾਬ ਦੇ ਦਿਓ ਤੇ ਮੇਰੀ ਜਾਨ ਬਖਸ਼ੀ ਹੋ ਜਾਂਦੀ ਹੈ, ਮੇਰੀ ਜਾਨ ਬਚ ਜਾਏਗੀ। ਜੇ ਮੈਨੂੰ ਇਹਨਾਂ ਦੇ ਜਵਾਬ ਨਾ ਲੱਭੇ ਤੇ ਫਿਰ ਸਮਝ ਲਓ ਕਿ ਅੱਲਾ ਦੇ ਹਵਾਲੇ, यानी कि बादशाह सिर कलम कर देगा, जान बचानी जरूरी हो गई सी। खैर उन्हें आख्या जवाब तेन मैं दे देना वा, 2 दिन मैं जवाब देंगा फ्री देंगा, एक जवाब की तेन कीमत देनी पेगी। वजीर ने आख्या जान बचानी तो जरूरी है ना, जिन्हें कीमत आखोगे दे देंगा। खैर बाबा आखन लगा कि दस अपने सवाल। उन्हें सवाल दसिया, पहला सवाल है सब तो बड़ी हकीकत की, ते उन्हें फकीर ने जवाब दिता कि सब तो बड़ी हकीकत मौत है, क्योंकि मौत सब ते आनी है और ये अटल फैसला है, बिल्कुल आनी आनी है, कोई दूसरी गल नहीं। मौत पर हक है, कोई ये नहीं कह सकता कि मैनू मौत नहीं आनी या फलां चीज नू मौत नहीं आनी, ये सब तो बड़ी हकीकत है। दूसरा सवाल आ गया, दूसरा सवाल सी कि जिंदगी दा सब तो बड़ा धोखा की, ते बुजुर्ग ने जवाब दिता जिंदगी दा सब तो बड़ा धोखा जिंदगी, यानी कि सब तो बड़ा धोखा जिंदगी है कि जिदे मगर लग के असी बहुत कुछ करने जिंदगी असी कामयाब होने की कोशिश करने, बहुत स्ट्रगल करने इसे दुनिया च रहने वास्ते, लेकिन सब तो बड़ी हकीकत मौत है, मौत आनी है, जिंदगी जड़ा ना है सब तो बड़ा धोखा। यार तीसरा सवाल आ गया, वजीर ने पूछा मेरा तीसरा सवाल है कि इंसान दी सब तो बड़ी कमजोरी की, ते बुजुर्ग आखन लगा मैं तेनों पहला दसिया सी कि 2 सवालों के जवाब मैं तेनों फ्री देंगा, ते एक सवाल का जवाब जिहड़ा ना तेनों तां देंगा जे तू उसदी कीमत अदा करेगा। उन्हें आखिया ठीक है भाई, तुसी दसो की कीमत है, ते मैं कीमत अदा करना, ते तुसी इहदा जवाब दे दिओ। बुजुर्ग आखन लगा कि ए मेरा कुत्ता जिहड़ा दुध पीण दिया है ना, ये बचिया दुध तू पी छड़ ते मैं तेनों तेरे सवाल का जवाब दे देना। वो बड़ा परेशान होया ते बुजुर्ग नूं आखन लगा बाबा जी पर दुध मैं किवें पी सकना वा, कुत्ते दा झूठा कुत्ते दे प्याले च दुध मैं किवें पी सकना। ते बाबा आखन लगा कि मैं तेनों मजबूर तो नहीं करन दिया ना, मैं तेनों मजबूर तो नहीं कीता, जे तेरा दिल मानदा है तू जवाब लेना है ते तू पी लै, नहीं ते एक दिहाड़ी आखरी है चलन दी, सुबह नूं तेरा सिर कलम हो जाए, ते मैं तेनों मजबूर तो नहीं कीता, तो जवाब लेना है तो पी लै, नहीं ते रहन। खैर उन्हें अपनी जान बचानी सी, अपने मतलब नूं, अपनी गर्ज नूं, लालच नूं, उन्हें ओ फटाफट दुध पी छड़िया। इधर उधर वेख्या कोई भी नहीं वेंदा ते फटाफट प्याला पड़िया ते दुध पी छड़िया। ते बाबा माड़ा जा मुस्कुराया, हसिया। बाबा आखन लगा, बुजुर्ग आखन लगा कि इंसान अपनी गर्ज नूं, अपनी लालच नूं, अपने मतलब नूं, अपनी इज्जत नफ्स नूं भी मजरूह कर लैंदा है, या अपनी जान बचाने वास्ते या कुछ हासिल करने वास्ते, यानी कि जिवें ओनू एक तरफ ते अपनी जान बचानी सी ते दूसरी तरफ ओनू अपनी सारी सल्तनत अद्धी सल्तनत की बादशाही नजर आ रही सी, वो अपने उस लालच नूं भी वो दुध पी गया। ते दूसरी तरफ ओनू गर्ज सी, लालच ये सी कि जे मैनूं सवाल का जवाब लभ जाए तो मेरी जान बच जाएगी, जान बख्शी हो जाएगी। मतलब वो अपनी फिक्र नूं, अपनी जरूरत नूं ओने कुत्ते दे प्याले च भी दुध पी लिया। ते गल करन दा मकसद ये वे, तुहानूं गल समझाउण दा, सुणाउण दा मकसद ये वे कि जिंदगी सब तो वड्डा धोखा जिंदगी, सब तो वड्डी हकीकत मौत है, ते सब तो वड्डी कमजोरी इंसान दी अपनी जरूरत, अपनी गर्ज, अपनी लालच है। ते मैं यही एडवाइस देंगा और खुद भी ये पसंद करांगा और करना वा कि अपनी इज्जत नफ्स नूं मजरूह ना करो, अपनी इज्जत नफ्स दी तौहीन ना होण दिओ, अपनी इज्जत का ख्याल रखो। अगर कोई बादशाही, अगर कोई मालो मता नहीं भी लभदा ते ना लभे। मेरे चैनल का नाम है आसिफ चीमा। अगर वीडियो पसंद आए तो अगे शेयर भी करियो जी, कमेंट करियो जी, लाइक ते सब्सक्राइब जरूर करियो जी, ते सब्सक्राइब दे नाल एक बैल का बटन है उन्होंने जरूर प्रेस कर लियो जी, ताकि मेरी हर नवी आने वाली वीडियो तुहाडे तक बआसानी पहुंच सके। मिलने एक अगली ते नवी शानदार वीडियो दे नाल। अल्लाह हाफिज।